ਅੱਜ ਆਓ ਅਸੀਂ ਉਪਦੇਸ਼ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ ਇਸ ਉਪਦੇਸ਼ ਦੇ ਨਾਲ ਪਰਮੇਸ਼ਵਰ ਦੀ ਕਿਰਪਾ ਸਾਂਝੀ ਕਰੀਏ। ਆਓ ਅਸੀਂ ਮਤੀ ਅਧਿਆਇ 4 ਵਚਨ 7 ਤੇ ਇੱਕ ਨਜ਼ਰ ਪਾਈਏ। ਯੀਸ਼ੂ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਹੈ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ। ਇੱਥੇ ਸ਼ੈਤਾਨ ਨੇ ਯੀਸ਼ੂ ਨੂੰ ਕਿਹਾ, ਆਪਣੇ ਆਪ ਨੂੰ ਹੇਠਾਂ ਡੇਗ ਦੇ ਕਿ ਪਰਮੇਸ਼ਵਰ ਤੈਨੂੰ ਸੱਟ ਲੱਗਣ ਤੋਂ ਨਹੀਂ ਬਚਾਉਣਗੇ। ਸ਼ੈਤਾਨ ਨੇ ਇਸ ਤਰ੍ਹਾਂ ਯੀਸ਼ੂ ਨੂੰ ਪਰਮੇਸ਼ਵਰ ਦੀ ਸ਼ਕਤੀ ਪਰਤਾਉਣ ਲਈ ਲੁਭਾਇਆ। ਹਾਲਾਂਕਿ ਯੀਸ਼ੂ ਨੇ ਸਖਤਾਈ ਨਾਲ ਕਿਹਾ, ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ। ਇਹ ਦ੍ਰਿਸ਼ ਵਿਵਸਥਾ ਸਾਰ ਅਧਿਆਇ 6 ਵਿੱਚ ਵੀ ਪਾਇਆ ਜਾਂਦਾ ਹੈ। ਆਓ ਅਸੀਂ ਵਿਵਸਥਾ ਸਾਰ ਅਧਿਆਇ 6 ਵਚਨ 16 ਤੇ ਇੱਕ ਨਜ਼ਰ ਪਾਈਏ। ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨੂੰ ਨਾ ਪਰਤਾਓ ਜਿਵੇਂ ਤੁਸੀਂ ਮਸਾਹ ਵਿੱਚ ਕੀਤਾ ਸੀ। ਬਾਈਬਲ ਕਹਿੰਦੀ ਹੈ ਸਾਨੂੰ ਪਰਮੇਸ਼ਵਰ ਦਾ ਪਰਤਾਵਾ ਕਦੇ ਨਹੀਂ ਕਰਨਾ ਚਾਹੀਦੀ। ਸਾਨੂੰ ਇਸ ਗੱਲ ਨੂੰ ਮਨ ਵਿੱਚ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਵਰ ਉਹ ਹੈ ਜਿਨ੍ਹਾਂ ਤੇ ਅਸੀਂ ਵਿਸ਼ਵਾਸ ਰੱਖਦੇ ਹਾਂ, ਉਹ ਨਹੀਂ ਜਿਨ੍ਹਾਂ ਦਾ ਅਸੀਂ ਪਰਤਾਵਾ ਕਰਦੇ ਹਾਂ। ਤਦ ਮਸਾਹ ਵਿੱਚ ਕੀ ਹੋਇਆ ਸੀ ਕਿ ਪਰਮੇਸ਼ਵਰ ਨੇ ਸਾਨੂੰ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ। ਆਓ ਅਸੀਂ ਕੂਚ ਅਧਿਆਇ 17 ਵਚਨ 1 ਤੇ ਜਾਈਏ। ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੇ ਸੀਨ ਦੀ ਉਜਾੜ ਵਿੱਚੋਂ ਯਹੋਵਾ ਦੇ ਆਖਣ ਅਨੁਸਾਰ ਆਪਣੇ ਸਫ਼ਰਾਂ ਲਈ ਕੂਚ ਕੀਤਾ ਔਰ ਉਹਨਾਂ ਨੇ ਰਫੀਦੀਮ ਵਿੱਚ ਡੇਰੇ ਲਾਏ, ਪਰ ਪ੍ਰਜਾ ਦੇ ਪੀਣ ਲਈ ਪਾਣੀ ਨਹੀਂ ਸੀ। ਤਾਂ ਪ੍ਰਜਾ ਮੂਸਾ ਨੂੰ ਘੁਰਕਣ ਲੱਗੀ ਔਰ ਆਖਿਆ, ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਹਨਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਘੁਰਕਦੇ ਹੋ ਅਤੇ ਯਹੋਵਾ ਨੂੰ ਕਿਉਂ ਪਰਤਾਉਂਦੇ ਹੋ? ਉੱਥੇ ਪ੍ਰਜਾ ਪਾਣੀ ਦੀ ਤਿਹਾਈ ਸੀ ਅਤੇ ਮੂਸਾ ਨਾਲ ਇਹ ਆਖ ਕੇ ਘੁੱਟਦੀ ਸੀ, ਭਈ ਇਹ ਕੀ ਹੈ ਜੋ ਤੂੰ ਸਾਨੂੰ ਮਿਸਰ ਤੋਂ ਲਿਆਇਆ ਹੈ ਕਿ ਸਾਨੂੰ ਔਰ ਸਾਡੇ ਪੁੱਤਰਾਂ ਨੂੰ ਸਾਡੇ ਵੱਗਾਂ ਨੂੰ ਇੱਥੇ ਤਿਹਾਇਆ ਮਾਰੇ। ਤਾਂ ਮੂਸਾ ਨੇ ਯਹੋਵਾ ਨੂੰ ਉੱਚੀ ਦੇਣੀ ਪੁਕਾਰ ਕੇ ਆਖਿਆ, ਮੈਂ ਇਹਨਾਂ ਲੋਕਾਂ ਨਾਲ ਕੀ ਕਰਾਂ? ਇਹ ਤਾਂ ਮੈਨੂੰ ਥੋੜੇ ਚਿਰਾਂ ਤੱਕ ਵੱਟੇ ਮਾਰਨਗੇ। ਫਿਰ ਯਹੋਵਾ ਨੇ ਮੂਸਾ ਨੂੰ ਆਖਿਆ, ਪ੍ਰਜਾ ਦੇ ਅੱਗੋਂ ਦੀ ਲੰਘ ਔਰ ਆਪਣੇ ਸੰਗ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਲੈ ਤੇ ਆਪਣੇ ਡਾਂਗੇ ਨੂੰ ਜਿਹੜਾ ਤੇ ਦਰਿਆ ਉੱਤੇ ਮਾਰਿਆ ਸੀ ਆਪਣੇ ਹੱਥ ਵਿੱਚ ਲੈ ਔਰ ਚੱਲ ਦੇ। ਵੇਖ ਮੈਂ ਤੇਰੇ ਅੱਗੇ ਹੋਰੇਬ ਦੀ ਚੱਟਾਨ ਉੱਤੇ ਖੜਾ ਹੋਵਾਂਗਾ ਔਰ ਤੂੰ ਚੱਟਾਨ ਨੂੰ ਮਾਰੀ ਤਾਂ ਉਸ ਵਿੱਚੋਂ ਪਾਣੀ ਨਿਕਲੇਗਾ ਤਾਂ ਜੋ ਪ੍ਰਜਾ ਪੀਵੇ। ਤਾਂ ਮੂਸਾ ਨੇ ਇਜ਼ਰਾਈਲ ਦੇ ਬਜ਼ੁਰਗਾਂ ਦੇ ਸਨਮੁਖ ਤਿਵੇਂ ਹੀ ਕੀਤਾ ਔਰ ਉਸਨੇ ਉਸ ਥਾਂ ਦਾ ਨਾਂ ਮਸਾਹ ਤੇ ਮਰੀਬਾ ਇਜ਼ਰਾਈਲ ਦੇ ਘੁਰਕਣ ਦੇ ਕਾਰਨ ਔਰ ਯਹੋਵਾ ਦੇ ਪਰਤਾਵੇ ਦੇ ਕਾਰਨ ਇਹ ਆਖਦੇ ਹੋਏ ਰੱਖਿਆ, ਭਈ ਯਹੋਵਾ ਸਾਡੇ ਵਿਚਕਾਰ ਹੈ ਕਿ ਨਹੀਂ। ਸ਼ਬਦ ਮਸਾਹ ਤੇ ਮਰੀਬਾ ਦਾ ਅਰਥ ਹੈ ਪਰਤਾਵਾ ਅਤੇ ਝਗੜਾ। ਇੱਥੇ ਇਜ਼ਰਾਈਲੀ ਲੜਨ ਲੱਗੇ ਕਿਉਂਕਿ ਜੰਗਲ ਵਿੱਚ ਪਾਣੀ ਨਹੀਂ ਸੀ। ਹਾਲਾਂਕਿ ਪਰਮੇਸ਼ਵਰ ਇਜ਼ਰਾਈਲੀਆਂ ਨੂੰ ਇਸ ਤਰ੍ਹਾਂ ਦੀ ਜਗ੍ਹਾ ਤੇ ਲੈ ਗਏ ਜਿੱਥੇ ਪਰਮੇਸ਼ਵਰ ਪਹਿਲਾਂ ਤੋਂ ਜਾਣਦੇ ਸੀ ਕਿ ਭੋਜਨ ਜਾਂ ਪਾਣੀ ਨਹੀਂ ਹੈ ਅਤੇ ਇਹ ਕਿ ਉਹ ਜੀ ਭਰ ਕੇ ਮਾंस ਨਹੀਂ ਖਾ ਸਕਣਗੇ। ਪਰ ਜੇਕਰ ਪਰਮੇਸ਼ਵਰ ਉਹਨਾਂ ਨੂੰ ਇਸ ਤਰ੍ਹਾਂ ਦੀ ਜੰਗਤ ਦੇ ਬਦਲੇ ਇੱਕ ਸਭ ਤੋਂ ਉੱਤਮ ਵਾਤਾਵਰਣ ਵਿੱਚ ਲੈ ਜਾਂਦੇ, ਫਿਰ ਦੂਸਰੇ ਲੋਕ ਪਹਿਲਾਂ ਹੀ ਉੱਥੇ ਵਸ ਗਏ ਹੁੰਦੇ ਅਤੇ ਉਹਨਾਂ ਖੇਤਰਾਂ ਦੇ ਰਾਜੇ ਇਜ਼ਰਾਈਲੀਆਂ ਨੂੰ ਉੱਥੇ ਐਵੇਂ ਹੀ ਲੰਘਣ ਨਾ ਦਿੰਦੇ। ਇਸ ਹਾਲਾਤ ਵਿੱਚ ਇਜ਼ਰਾਈਲੀ ਲਗਾਤਾਰ ਯੁੱਧ ਵਿੱਚ ਹੁੰਦੇ। ਇਸ ਲਈ ਇਜ਼ਰਾਈਲੀਆਂ ਨੂੰ ਕਨਾਨ ਦੇਸ਼ ਲੈ ਜਾਣ ਲਈ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ, ਪਰਮੇਸ਼ਵਰ ਨੇ ਉਸ ਜੰਗਲ ਨੂੰ ਚੁਣਿਆ ਜਿੱਥੋਂ ਜੇਕਰ ਇਜ਼ਰਾਈਲੀ ਲੰਘਦੇ ਤਾਂ ਕਿਸੇ ਨੂੰ ਵੀ ਇਸ ਗੱਲ ਦੀ ਪਰਵਾਹ ਨਾ ਹੁੰਦੀ। ਇਸ ਹਾਲਾਤ ਵਿੱਚ ਇਜ਼ਰਾਈਲੀਆਂ ਨੇ ਪਰਮੇਸ਼ਵਰ ਨੂੰ ਕਿਵੇਂ ਪਰਤਾਇਆ? ਮਿਸਰ ਵਿੱਚ 430 ਸਾਲਾਂ ਦੀ ਗੁਲਾਮੀ ਤੋਂ ਇਜ਼ਰਾਈਲੀ ਮੁਕਤ ਹੋ ਗਏ। ਪਰਮੇਸ਼ਵਰ ਨੇ ਉਹਨਾਂ ਨੂੰ 10 ਬਿਪਤਾਵਾਂ ਦੇ ਦੁਆਰਾ ਆਪਣੀ ਸ਼ਕਤੀ ਅਤੇ ਲਾਲ ਸਮੁੰਦਰ ਨੂੰ ਵੰਡਣ ਦਾ ਚਮਤਕਾਰ ਦਿਖਾਇਆ। ਨਾਲ ਹੀ ਉਹਨਾਂ ਨੇ ਉਹਨਾਂ ਨੂੰ ਸਵਰਗ ਤੋਂ ਮੀਂਹ ਦੇ ਵਾਂਗ ਰੋਟੀ ਡਿੱਗਦੇ ਦੇਖਣ ਦਿੱਤੀ। ਇਹਨਾਂ ਸਭ ਤੋਂ ਬਾਅਦ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਕਿ ਪਰਮੇਸ਼ਵਰ ਸਾਡੇ ਵਿਚਕਾਰ ਹੈ ਕਿ ਨਹੀਂ, ਸਿਰਫ ਇਸ ਲਈ ਕਿਉਂਕਿ ਉਹ ਜੀ ਭਰ ਕੇ ਪਾਣੀ ਨਹੀਂ ਪੀ ਸਕੇ। ਉਹਨਾਂ ਨੇ ਕਿਹਾ ਕਿ ਪਰਮੇਸ਼ਵਰ ਸਾਡੇ ਵਿਚਕਾਰ ਹੈ ਕਿ ਨਹੀਂ,
ਜੇਕਰ ਪਰਮੇਸ਼ਵਰ ਸਾਡੇ ਵਿਚਕਾਰ ਹੁੰਦੇ 우리를 이렇게 ਤਾਂ ਉਹ ਇਸ ਤਰ੍ਹਾਂ ਸਾਨੂੰ ਦੁੱਖ ਸਹਿਣ ਕਿਉਂ ਕਰਨ ਦਿੰਦੇ? 이렇게 해서 ਇਸ ਤਰ੍ਹਾਂ ਉਹਨਾਂ ਨੇ ਜੰਗਲ ਵਿੱਚ ਪਰਮੇਸ਼ਵਰ ਨੂੰ ਲਗਾਤਾਰ ਪਰਤਾਇਆ। 그래서 하나님을 시험하고 ਜਦੋਂ ਕਦੀ ਉਹਨਾਂ ਨੂੰ ਥੋੜੀ ਜਿਹੀ ਅਸੁਵਿਧਾ ਹੁੰਦੀ ਸੀ 계신지 안 계신지 ਤਾਂ ਉਹ ਕਹਿੰਦੇ ਸੀ ਕਿ ਪਰਮੇਸ਼ਵਰ ਸਾਡੇ ਵਿਚਕਾਰ ਹੈ 하나님을 믿어서 ਕਿ ਨਹੀਂ। 좋은 것이 무엇이냐 ਇਸ ਤਰ੍ਹਾਂ ਕਹਿੰਦੇ ਹੋਏ ਉਹ ਪਰਮੇਸ਼ਵਰ ਦੇ ਵਿਰੁੱਧ ਬੁੜਬੁੜਾਉਂਦੇ ਅਤੇ ਸ਼ਿਕਾਇਤ ਕਰਦੇ ਸੀ। 원망하고 불평했던 이스라엘의 그 모습은 ਅੰਤ ਵਿੱਚ ਉਹ ਉਸ ਕਨਾਨ ਦੇਸ਼ ਵਿੱਚ ਨਹੀਂ ਪਹੁੰਚ ਸਕੇ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ। 여러분 우리가 ਸਾਰੇ ਲੋਕੋ ਸਾਡੇ ਵਿਸ਼ਵਾਸ ਦੇ ਰਾਹ ਤੇ ਚੱਲਦੇ ਸਮੇਂ ਬਹੁਤ ਸਾਰੀਆਂ ਅਸੁਵਿਧਾ ਅਤੇ ਮੁਸ਼ਕਿਲਾਂ ਹੁੰਦੀਆਂ ਹਨ। 힘든 일도 다 있습니다. ਹਾਲਾਂਕਿ ਜਦੋਂ ਅਸੀਂ ਧੀਰਜ ਨਾਲ ਸਭ ਕੁਝ ਸਹਿਣ ਕਰਾਂਗੇ 현대 ਤਦ ਸਾਨੂੰ ਸਿਰਫ ਕਨਾਨ ਦੀ ਜ਼ਮੀਨ ਹੀ ਦੇਖਣ ਨੂੰ ਨਹੀਂ ਮਿਲੇਗੀ 영원한 ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ, 우리 목 ਪਰ ਅਸੀਂ ਪਰਮੇਸ਼ਵਰ ਤੋਂ ਉੱਥੇ ਰਹਿਣ ਦੀ ਆਸ਼ੀਸ਼ ਅਤੇ ਕਿਰਪਾ ਵੀ ਪਾਵਾਂਗੇ, 생애할 ਹੈ ਨਾ? 그런 하나님의 그 은혜와 은총이 베풀어질 수가 있지 않습니까? 근데 그 ਹਾਲਾਂਕਿ ਇਜ਼ਰਾਈਲੀ ਛੋਟੀਆਂ ਜਿਹੀਆਂ ਮੁਸ਼ਕਿਲਾਂ ਤੇ ਕਾਬੂ ਨਹੀਂ ਪਾ ਸਕੇ 그걸 이겨 ਅਤੇ ਉਹਨਾਂ ਨੇ ਪਰਮੇਸ਼ਵਰ ਦੇ ਵਿਰੁੱਧ ਸ਼ਿਕਾਇਤ ਕੀਤੀ। 원망을 하고 원망 ਉਹਨਾਂ ਨੇ ਸ਼ਿਕਾਇਤ ਹੀ ਨਹੀਂ ਕੀਤੀ ਪਰ ਇਹ ਕਹਿ ਕੇ ਪਰਮੇਸ਼ਵਰ ਦਾ ਪਰਤਾਵਾ ਵੀ ਕੀਤਾ ਕਿ ਪਰਮੇਸ਼ਵਰ ਸਾਡੇ ਵਿਚਕਾਰ ਹੈ ਕਿ ਨਹੀਂ। ਇਸ ਲਈ ਅੰਤ ਵਿੱਚ ਇਜ਼ਰਾਈਲੀਆਂ ਦੇ ਨਾਲ ਕੀ ਹੋਇਆ? 들은 ਮਿਸਰ ਤੋਂ ਲੋਕ ਬਹੁਤ ਵੱਡੀ ਗਿਣਤੀ ਵਿੱਚ ਨਿਕਲੇ। 숫자만 하더라도 60에서 ਸਿਰਫ 20 ਸਾਲ ਅਤੇ ਉਹ ਤੋਂ ਜ਼ਿਆਦਾ ਉਮਰ ਦੇ ਪੁਰਖਾਂ ਦੀ ਗਿਣਤੀ 6 ਲੱਖ ਸੀ। 출발했는데 여호수아와 갈렙을 제외한 ਹਾਲਾਂਕਿ ਯਹੋਸ਼ੂਆ ਅਤੇ ਕਾਲੇਬ ਨੂੰ ਛੱਡ ਸਾਰੇ ਪੁਰਖ ਜੰਗਲ ਵਿੱਚ ਨਸ਼ਟ ਹੋ ਗਏ। 볼 수가 있습니다. 하나님께서 ਪਰਮੇਸ਼ਵਰ ਨੇ ਇਜ਼ਰਾਈਲੀਆਂ ਨੂੰ ਨਸ਼ਟ ਕਰਨ ਦੇ ਲਈ ਮਿਸਰ ਤੋਂ ਬਾਹਰ ਨਹੀਂ ਬੁਲਾਇਆ ਸੀ, 않습니까? ਹੈ ਨਾ? 멸망을 누가 ਤਦ ਨਾਸ਼ ਦਾ ਕਾਰਨ ਕੌਣ ਬਣਿਆ? ਉਹ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਪਰਤਾਇਆ ਸੀ। ਕੀ ਪਰਮੇਸ਼ਵਰ ਸਾਡੇ ਵਿਚਕਾਰ ਹੈ ਜਾਂ ਨਹੀਂ? 계실까? ਉਹ ਜੰਗਲ ਵਿੱਚ ਇਹ ਕਹਿੰਦੇ ਹੋਏ ਤੁਰੇ 말하다는 것도 아실 ਕਿ 텐데 ਜੇਕਰ ਪਰਮੇਸ਼ਵਰ ਸਾਡੇ ਵਿੱਚ ਹੁੰਦੇ ਤਦ ਉਹ ਸਾਨੂੰ ਕਾਫੀ ਪਾਣੀ ਦਿੰਦੇ, ਕਿਉਂਕਿ ਉਹ ਜਾਣਦੇ ਹਨ ਕਿ ਸਾਨੂੰ ਪਿਆਸ ਲੱਗੀ ਹੈ। ਅਤੇ ਇਹ ਕਹਿੰਦੇ ਹੋਏ ਪਰਮੇਸ਼ਵਰ ਨੂੰ ਪਰਤਾਇਆ ਕਿ ਪਰਮੇਸ਼ਵਰ ਸਾਡੇ ਵਿਚਕਾਰ ਹੈ ਕਿ ਨਹੀਂ। 들이었습니다. 그러나 ਹਾਲਾਂਕਿ ਅੰਤ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ਕਾਫੀ ਪਾਣੀ ਦਿੱਤਾ। 물들을 다 허락을 해주셨습니다. ਅਸੀਂ ਕੂਚ ਅਧਿਆਇ 17 ਵਿੱਚ ਇਹ ਦੇਖ ਸਕਦੇ ਹਾਂ ਕਿ ਪਰਮੇਸ਼ਵਰ ਨੇ ਚੱਟਾਨ ਵਿੱਚੋਂ ਪਾਣੀ ਕੱਢਿਆ 반스럽금 ਤਾਂ ਜੋ ਇਜ਼ਰਾਈਲੀਆਂ ਨੂੰ ਹੋਰ ਪਿਆਸ ਨਾ ਲੱਗੇ। 이 장면을 출애굽 ਇਸ ਤਰ੍ਹਾਂ ਪਰਮੇਸ਼ਵਰ ਨੇ ਸਭ ਕੁਝ ਦਿੱਤਾ, ਪਰ ਉਹਨਾਂ ਤੇ ਜਿਨ੍ਹਾਂ ਨੂੰ ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਹੈ 시험을 갖지 않기 ਇਸ ਤਰ੍ਹਾਂ ਦੇ ਪਰਤਾਵੇ ਆਉਂਦੇ ਰਹਿਣਗੇ। 시험이 연속된다는 내용이 되겠습니다. ਇਹ ਸਿਰਫ ਜੰਗਲ ਵਿੱਚ ਹੀ ਨਹੀਂ ਹੋਇਆ ਸੀ, ਪਰ ਇਹ ਸਾਡੇ ਸਮੇਂ ਵਿੱਚ ਵੀ ਹੁੰਦਾ ਹੈ। ਆਓ ਅਸੀਂ ਯਸ਼ਾਇਆ ਅਧਿਆਇ 8 ਕੱਢ ਕੇ ਇਹ ਦੇਖੀਏ ਕਿ ਕਿਸ ਤਰ੍ਹਾਂ ਨਾਲ ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ਵਰ ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ। 이사야서 우리 8장 다 같이 한번 열어봅시다. ਆਓ ਅਸੀਂ ਅਧਿਆਇ 8 ਵਚਨ 13 ਪੜ੍ਹੀਏ। ਸੈਨਾ ਦਾ ਯਹੋਵਾ ਉਹਨੂੰ ਪਵਿੱਤਰ ਮੰਨੋ 너희가 거룩하다 하고 ਅਤੇ ਉਹ ਤੁਹਾਡੇ ਲਈ ਪੈ ਅਤੇ ਉਹ ਤੁਹਾਡੇ ਲਈ ਕਾਂਬਾ ਹੋਵੇ, 그가 ਉਹ ਪਵਿੱਤਰ ਅਸਥਾਨ ਹੋਵੇਗਾ। ਪਰ ਇਜ਼ਰਾਈਲ ਦੇ ਦੋਹਾਂ ਘਰਾਣਿਆਂ ਲਈ ਕੀ ਹੋਵੇਗਾ? 뭐가 되 ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ। ਉਹ ਇਜ਼ਰਾਈਲ ਦੇ ਦੋਹਾਂ ਘਰਾਣਿਆਂ ਦੇ ਲਈ ਠੋਕਰ ਦੇ ਪੱਥਰ ਦੀ ਭੂਮਿਕਾ ਅਦਾ ਕਰਨਗੇ। ਉਹਨਾਂ ਦੇ ਆਉਣ ਦੀ ਇਸ ਤਰ੍ਹਾਂ ਨਾਲ ਭਵਿੱਖਬਾਣੀ ਕੀਤੀ ਗਈ ਹੈ। 예루살렘 ਅਤੇ ਯਰੂਸ਼ਲਮ ਦੇ ਵਾਸੀਆਂ ਲਈ ਉਹ ਕੀ ਹੋਵੇਗਾ? ਫਾਹੀ ਤੇ ਫੰਦਾ ਹੋਵੇਗਾ। 시리니 ਬਹੁਤੇ ਉਹਨਾਂ ਵਿੱਚੋਂ ਠੇਡੇ ਖਾਣਗੇ ਅਤੇ ਡਿੱਗਣਗੇ ਅਤੇ ਚੂਰ-ਚੂਰ ਹੋ ਜਾਣਗੇ 부러질 것 ਅਤੇ ਫਾਹੇ ਜਾਣਗੇ ਅਤੇ ਫੜੇ ਜਾਣਗੇ। 잡힐 것이니라고 했습니다. ਇਸ ਤਰ੍ਹਾਂ ਨਾਲ ਪਰਮੇਸ਼ਵਰ ਦਾ ਪਰਤਾਵਾ ਕਰਨ ਵਾਲਿਆਂ ਦੇ ਲਈ 어떤 그 믿음 ਪਰਮੇਸ਼ਵਰ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਵਾਲੀ ਚੱਟਾਨ ਬਣਨ ਤੋਂ ਇਲਾਵਾ 돌 걸리는 ਹੋਰ ਕੁਝ ਨਹੀਂ ਕਰ ਸਕਦੇ। 과 올무의 어떤 역할을 하실 수밖에 없는 것입니다. 예. 어떤 ਜੇਕਰ ਸਾਡੇ ਤੇ 일이라도 ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਆਉਣ ਤੇ 하지 아니하고 ਅਸੀਂ ਪਰਮੇਸ਼ਵਰ ਦੇ ਅੰਤ ਤੱਕ ਨਿਰਭਰ ਰਹਿੰਦੇ ਹੋਏ ਸਵਰਗ ਦੇ ਰਾਜ ਦੇ ਵੱਲ ਚੱਲੀਏ ਤਦ ਉਹ ਸਾਡੇ ਲਈ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ ਨਹੀਂ ਬਣਨਗੇ। 그래서 걸리는 돌이 될 수가 없고 거치는 반석이 될 수가 없습니다. ਤਦ ਪਰਮੇਸ਼ਵਰ ਕਿਸ ਦੇ ਲਈ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ ਬਣਨਗੇ? ਉਹਨਾਂ ਦਾ ਪਰਤਾਵਾ ਕਰਨ ਵਾਲਿਆਂ ਦੇ ਲਈ, ਉਹਨਾਂ ਦੇ ਲਈ ਜੋ ਲਗਾਤਾਰ ਸ਼ੱਕ ਅਤੇ ਅਵਿਸ਼ਵਾਸ ਦੇ ਨਾਲ ਪਰਮੇਸ਼ਵਰ ਦਾ ਪਰਤਾਵਾ ਕਰਦੇ ਹਨ। 참 우리 하나님이 맞을까 안 맞을까? 이런 ਕੀ ਪਰਮੇਸ਼ਵਰ ਸਾਡੇ ਵਿਚਕਾਰ ਹੈ ਕਿ ਨਹੀਂ? 의심스러운 ਕੀ ਪਰਮੇਸ਼ਵਰ ਸਾਡਾ ਪਰਮੇਸ਼ਵਰ ਹੈ ਕਿ ਨਹੀਂ? 하는 사람들에게는 ਸਾਫ਼-ਸਾਫ਼ ਭਵਿੱਖਬਾਣੀ ਕੀਤੀ ਗਈ ਹੈ ਕਿ ਪਰਮੇਸ਼ਵਰ ਠੋਕਰ ਖਾਣ ਦਾ ਪੱਥਰ ਅਤੇ ਠੇਡਾ ਲੱਗਣ ਦੀ ਚੱਟਾਨ ਬਣਨਗੇ, 있다고 ਜਿਨ੍ਹਾਂ ਕਰਕੇ ਲੋਕ ਠੋਕਰ ਖਾ ਕੇ ਡਿੱਗਣਗੇ। 예언하고 있는 가운데 있습니다. ਜਦੋਂ ਯੀਸ਼ੂ 2000 ਸਾਲ ਪਹਿਲਾਂ ਇਸ ਧਰਤੀ ਤੇ ਆਏ ਸੀ 전 육체를 ਤਦ ਉਹਨਾਂ ਨੇ ਸਾਨੂੰ ਇਸ ਦੇ ਵਿਸ਼ੇ ਵਿੱਚ ਇੱਕ ਸੰਦੇਸ਼ ਦਿੱਤਾ ਸੀ। 마태 ਆਓ ਅਸੀਂ ਮਤੀ ਅਧਿਆਇ 11 ਵਚਨ 2 ਦੇਖੀਏ।
ਯਹੂਨਾ ਨੇ ਕੈਦਖਾਨੇ ਵਿੱਚ ਮਸੀਹ ਦੇ ਕੰਮਾਂ ਨੂੰ ਸੁਣ ਕੇ ਆਪਣੇ ਚੇਲਿਆਂ ਦੇ ਰਾਹੀਂ ਉਸ ਨੂੰ ਆਖ ਕੱਲਿਆ, ਭਈ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ? ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਸੋ ਯਹੂਨਾ ਨੂੰ ਜਾ ਦੱਸਿਓ ਕਿ ਅੰਨੇ ਸੁਜਾਖੇ ਹੁੰਦੇ ਹਨ ਅਤੇ ਲੰਗੇ ਤੁਰਦੇ ਹਨ, ਕੋੜੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ। ਅਤੇ ਧੰਨ ਉਹ ਹੈ ਜੋ ਮੇਰੇ ਕਾਰਨ ਕੀ ਨਾ ਖਾਵੇ, ਠੋਕਰ ਨਾ ਖਾਵੇ। ਯੀਸ਼ੂ ਨੇ ਸਾਨੂੰ ਇਹ ਵਚਨ ਕਿਉਂ ਦਿੱਤੇ? ਕਿਉਂਕਿ ਉਸ ਧਰਤੀ ਤੇ ਠੋਕਰ ਖਾਣ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ ਬਣ ਕੇ ਆਏ ਸੀ, ਜਿਨ੍ਹਾਂ ਕਰਕੇ ਲੋਕ ਠੋਕਰ ਖਾ ਕੇ ਡਿੱਗਦੇ ਹਨ। ਹਰੇਕ ਨੂੰ ਪਤਰਸ ਵਰਗਾ ਵਿਸ਼ਵਾਸ ਰੱਖਣਾ ਚਾਹੀਦਾ ਹੈ, ਜਿਸ ਨੇ ਕਿਹਾ ਸੀ, ਹੇ ਪ੍ਰਭੂ ਅਸੀਂ ਕਿਸ ਦੇ ਕੋਲ ਜਾਈਏ? ਸੰਦੀਪਕ ਜੀਵਨ ਦੀਆਂ ਗੱਲਾਂ ਤਾਂ ਤੇਰੇ ਹੀ ਕੋਲ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਵਿਸ਼ਵਾਸ ਰੱਖੀਏ। ਪਰ ਲੋਕਾਂ ਨੂੰ ਲੱਗਿਆ ਯੀਸ਼ੂ ਇੱਕ ਸਧਾਰਨ ਮਨੁੱਖ ਵਰਗਾ ਦਿਖਦਾ ਹੈ। ਉਸ ਦੇ ਮਾਤਾ ਪਿਤਾ ਅਤੇ ਸਰੀਰਕ ਪਰਿਵਾਰ ਹੈ। ਜੇਕਰ ਉਹ ਪਰਮੇਸ਼ਵਰ ਹੈ ਤਾਂ ਉਸ ਦਾ ਸਰੀਰਕ ਪਰਿਵਾਰ ਕਿਵੇਂ ਹੋ ਸਕਦਾ ਹੈ? ਇਸ ਪ੍ਰਕਾਰ ਦੇ ਵਿਚਾਰ ਉਹਨਾਂ ਦੇ ਮਨਾਂ ਵਿੱਚ ਆਉਂਦੇ ਰਹਿੰਦੇ ਸੀ। ਇਸ ਲਈ ਯੀਸ਼ੂ ਨੇ ਕੀ ਕਿਹਾ? ਧੰਨ ਹੈ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ। ਜਦੋਂ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, ਤੁਸੀਂ ਮੈਨੂੰ ਕੀ ਕਹਿੰਦੇ ਹੋ? ਪਤਰਸ ਨੇ ਬਿਨਾਂ ਕਿਸੇ ਸ਼ੱਕ ਦੇ ਜਵਾਬ ਦਿੱਤਾ, ਹੇ ਪ੍ਰਭੂ ਤੂੰ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਹੈ, ਕਿਉਂਕਿ ਤੁਸੀਂ ਇਸ ਧਰਤੀ ਤੇ ਸੰਦੀਪਕ ਜੀਵਨ ਦਾ ਵਚਨ ਲੈ ਕੇ ਆਏ ਹੋ। ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਦਾ ਪਵਿੱਤਰ ਜਨ ਤੂੰ ਹੀ ਹੈ। ਯੀਸ਼ੂ ਬਹੁਤ ਖੁਸ਼ ਹੋਏ। ਧੰਨ ਹੈ ਤੂੰ ਸ਼ਮੌਨ ਬਰ-ਯੋਨਾ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ, ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ। ਕਿਉਂਕਿ ਪਤਰਸ ਵਿਸ਼ਵਾਸਯੋਗ ਸੀ, ਇਸ ਲਈ ਯੀਸ਼ੂ ਨੇ ਕਿਹਾ, ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ। ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸਵਰਗ ਵਿੱਚ ਬੰਨਿਆ ਜਾਵੇਗਾ, ਔਰ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੋਲਿਆ ਜਾਵੇਗਾ। ਸਾਰੇ ਲੋਕੋ ਸਰੀਰ ਵਿੱਚ ਆਏ ਹੋਏ ਪਰਮੇਸ਼ਵਰ ਤੇ ਸੰਪੂਰਨ ਵਿਸ਼ਵਾਸ ਰੱਖਣ ਵਾਲੇ ਨੂੰ ਵੱਡੀ ਕਿਰਪਾ ਤੇ ਆਸ਼ੀਸ਼ ਦਿੱਤੀ ਗਈ। ਇਸ ਦੇ ਉਲਟ ਯਹੂਦਾ ਇਸਕਰਿਓਤੀ ਦੇ ਵਿਸ਼ੇ ਵਿੱਚ ਕੀ ਉਹ ਚੇਲਿਆਂ ਵਿੱਚੋਂ ਲੇਖਾ ਦੇਣ ਦਾ ਇੰਚਾਰਜ ਨਹੀਂ ਸੀ? ਇਸ ਤੋਂ ਦਿਖਾਈ ਦਿੰਦਾ ਹੈ ਕਿ ਉਹ ਭਰੋਸੇਮੰਦ ਵਿਅਕਤੀ ਮੰਨਿਆ ਜਾਂਦਾ ਸੀ। ਪਹਿਲਾਂ ਉਸ ਦਾ ਵਿਸ਼ਵਾਸ ਸ਼ੁਰੂ ਤੋਂ ਹੀ ਬੁਰਾ ਨਹੀਂ ਸੀ। ਕੀ ਇਹ ਇਸ ਲਈ ਨਹੀਂ ਸੀ ਕਿ ਉਸ ਦਾ ਵਿਸ਼ਵਾਸ ਇੰਨਾ ਚੰਗਾ ਸੀ ਕਿ ਯੀਸ਼ੂ ਨੇ ਉਸ ਨੂੰ ਆਪਣਾ ਚੇਲਾ ਬਣਾ ਕੇ ਇੰਚਾਰਜ ਦਾ ਵੱਡਾ ਕੰਮ ਸੌਂਪਿਆ? ਪਰ 3 ਸਾਲ ਤੋਂ ਯੀਸ਼ੂ ਦੇ ਪਿੱਛੇ ਚੱਲਦੇ ਅਤੇ ਯੀਸ਼ੂ ਨੂੰ ਦੇਖਦੇ ਹੋਏ ਉਸ ਨੂੰ ਕਦੀ-ਕਦੀ ਉਹਨਾਂ ਨੂੰ ਸਰਵਸ਼ਕਤੀਮਾਨ ਪਰਮੇਸ਼ਵਰ ਦੇ ਰੂਪ ਵਿੱਚ ਅਤੇ ਕਦੀ-ਕਦੀ ਜਾਜਕ ਤੋਂ ਵੀ ਹੇਠਲੇ ਪੱਧਰ ਤੇ ਮਨੁੱਖ ਦੇ ਰੂਪ ਵਿੱਚ ਦੇਖਿਆ। ਉਸ ਨੂੰ ਲੱਗਿਆ ਯੀਸ਼ੂ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਹੈ, ਕਿਉਂਕਿ ਉਸਨੇ ਯੀਸ਼ੂ ਨੂੰ ਸੰਸਾਰਿਕ ਨਜ਼ਰੀਏ ਨਾਲ ਦੇਖਿਆ ਸੀ। ਕਿ ਇਸ ਲਈ ਨਬੀਆਂ ਨੇ ਇਹ ਭਵਿੱਖਬਾਣੀ ਨਹੀਂ ਕੀਤੀ ਸੀ ਕਿ ਜਦੋਂ ਪਰਮੇਸ਼ਵਰ ਸਰੀਰ ਪਾ ਕੇ ਇਸ ਧਰਤੀ ਤੇ ਆਉਣਗੇ ਤਦ ਫੰਦਾ ਅਤੇ ਫਾਈ ਹੋਣਗੇ ਅਤੇ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ ਹੋਣਗੇ, ਜਿਨ੍ਹਾਂ ਕਰਕੇ ਲੋਕ ਠੋਕਰ ਖਾ ਕੇ ਡਿੱਗਣਗੇ। ਇਸ ਲਈ ਯਹੂਦਾ ਇਸਕਰਿਓਤੀ ਯੀਸ਼ੂ ਦਾ ਪਰਤਾਵਾ ਕਰਦਾ ਰਿਹਾ। ਇਸ ਤਰ੍ਹਾਂ ਕਰਦੇ ਕਰਦੇ ਉਸ ਦਾ ਵਿਸ਼ਵਾਸ ਉਸ ਹੱਦ ਤੱਕ ਡਿੱਗ ਗਿਆ ਕਿ ਉਸਨੇ ਚਾਂਦੀ ਦੇ 30 ਸਿੱਕਿਆਂ ਦੇ ਲਈ ਯੀਸ਼ੂ ਨੂੰ ਵੇਚ ਦਿੱਤਾ। ਇਸ ਤਰ੍ਹਾਂ ਇਸ ਲਈ ਹੋਇਆ ਕਿਉਂਕਿ ਉਹ ਪਰਮੇਸ਼ਵਰ ਦਾ ਪਰਤਾਵਾ ਕਰਦਾ ਰਹਿੰਦਾ ਸੀ। ਇਸ ਦੇ ਉਲਟ ਪਤਰਸ ਨੇ ਕਿਹਾ, ਹੇ ਪ੍ਰਭੂ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਆਉਣ ਤੇ ਵੀ ਮੈਂ ਅੰਤ ਤੱਕ ਤੇਰੇ ਪਿੱਛੇ ਚੱਲਾਂਗਾ। ਤਦ ਉਸਨੇ ਉਹਨੂੰ ਆਖਿਆ, ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿੱਚ ਅਤੇ ਮਰਨ ਲਈ ਵੀ ਜਾਣ ਨੂੰ ਤਿਆਰ ਹਾਂ। ਉਹ ਇਸ ਪ੍ਰਕਾਰ ਦੇ ਵਿਸ਼ਵਾਸ ਨਾਲ ਯੀਸ਼ੂ ਦੇ ਪਿੱਛੇ ਤੁਰਿਆ। ਇਸ ਲਈ ਭਾਵੇਂ ਹੀ ਉਹ ਇੱਕ ਮਨੁੱਖ ਦੇ ਰੂਪ ਵਿੱਚ ਗਲਤੀਆਂ ਕਰਦਾ, ਥੋੜੀ ਜਿਹੀ ਲਾਪਰਵਾਹੀ ਨਾਲ ਕੰਮ ਕਰਦਾ ਅਤੇ ਕਦੀ-ਕਦੀ ਘਮੰਡ ਕਰਦੇ ਹੋਏ ਬੋਲਦਾ ਰਹਿੰਦਾ ਸੀ, ਪਰ ਯੀਸ਼ੂ ਨੇ ਪਤਰਸ ਦੇ ਇਸ ਤਰ੍ਹਾਂ ਦੇ ਚਰਿੱਤਰ ਨੂੰ ਸਵੀਕਾਰ ਕੀਤਾ ਅਤੇ ਜੈਤੂਨ ਪਹਾੜ ਤੋਂ ਸਵਰਗ ਤੇ ਚੜ੍ਹਨ ਤੋਂ ਪਹਿਲਾਂ ਉਸਨੇ ਸਭ ਤੋਂ ਵਫਾਦਾਰ ਚੇਲਾ ਮੰਨ ਕੇ ਪਹਿਲੇ ਚਰਚ ਦੇ ਕੰਮ ਦਾ ਕਾਰਜ ਭਾਰ ਸੌਂਪਿਆ। ਇਸ ਲਈ ਮਤੀ ਅਧਿਆਇ 11 ਵਚਨ 6 ਵਿੱਚ ਯੀਸ਼ੂ ਨੇ ਕਿਹਾ, ਧੰਨ ਹੈ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ।
ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਨੂੰ ਸਿਰਫ ਉਹ ਮੰਨੀਏ ਜਿਨ੍ਹਾਂ ਤੇ ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ, ਉਹ ਨਹੀਂ ਜਿਨ੍ਹਾਂ ਨੂੰ ਅਸੀਂ ਪਰਤਾ ਸਕਦੇ ਹਾਂ। 2000 ਸਾਲ ਪਹਿਲਾਂ ਯੀਸ਼ੂ ਇਸ ਧਰਤੀ ਤੇ ਸਰੀਰ ਪਾ ਕੇ ਆਏ ਸੀ। ਫਰੀਸ਼ੀਆਂ ਅਤੇ ਸ਼ਰਾਂ ਦੇ ਸਿਖਾਉਣ ਵਾਲਿਆਂ ਨੇ ਯੀਸ਼ੂ ਨੂੰ ਕਿਸ ਨਜ਼ਰ ਨਾਲ ਦੇਖਿਆ? 어떻게 합니까? ਉਹਨਾਂ ਦੀ ਨਜ਼ਰ ਵਿੱਚ ਯੀਸ਼ੂ ਇਸ ਤਰ੍ਹਾਂ ਦੇ ਵਿਅਕਤੀ ਦਿਖੇ ਜਿਸ ਨੂੰ ਪਰਤਾਉਣਾ ਹੈ 제가 과연 ਕਿ ਉਹ ਅਸਲ ਵਿੱਚ ਮਸੀਹ ਹੈ। ਉਸ ਨੂੰ ਇੰਨਾ ਹੀ ਕਰਨਾ ਚਾਹੀਦਾ ਹੈ ਕਿਉਂਕਿ ਉਹ ਪਰਮੇਸ਼ਵਰ ਦਾ ਪੁੱਤਰ ਹੋਣ ਦੀ ਜਿੱਦ ਕਰਦਾ ਹੈ। ਉਸ ਨੂੰ ਓਨਾ ਹੀ ਕਰਨਾ ਚਾਹੀਦਾ ਹੈ। ਉਹ ਲਗਾਤਾਰ ਯੀਸ਼ੂ ਦਾ ਪਰਤਾਵਾ ਕਰਦੇ ਰਹੇ ਅਤੇ ਯੀਸ਼ੂ ਜਾਣਦੇ ਸੀ ਕਿ ਉਹ ਉਹਨਾਂ ਨੂੰ ਪਰਤਾ ਰਹੇ ਹਨ। 그들의 어떤 그 시험하는 것을 이미 다 알고 계십니다. ਇਸ ਲਈ ਉਹ ਹਰ ਸਮੇਂ ਠੀਕ ਉੱਤਰ ਦਿੰਦੇ ਸੀ। 이렇게 주셨습니다만 ਨਤੀਜੇ ਵਜੋਂ ਕਿ ਜਿਨ੍ਹਾਂ ਨੇ ਉਹਨਾਂ ਦੀ ਪ੍ਰੀਖਿਆ ਕੀਤੀ ਸੀ ਉਹ ਸਵਰਗ ਜਾ ਸਕੇ। 입장에 섰습니까? ਹਰ ਯੁੱਗ ਵਿੱਚ ਪਰਮੇਸ਼ਵਰ ਕਹਿੰਦੇ ਹਨ, ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ। 하나님에 대해서 ਇਸ ਲਈ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਪਰਤਾਇਆ ਸੀ ਉਹ ਅੰਤ ਤੱਕ ਮੁਕਤੀ ਨਹੀਂ ਪਾ ਸਕੇ। 시험하게 이럴 수가 없었습니다. 예. ਇਸ ਕਰਕੇ ਯੀਸ਼ੂ ਨੇ ਉਹਨਾਂ ਦੇ ਵਿਸ਼ੇ ਵਿੱਚ ਇਹ ਸਾਖੀ ਦਿੱਤੀ ਸੀ, ਤੁਸੀਂ ਮਨੁੱਖਾਂ ਦੇ ਲਈ ਸਵਰਗ ਦੇ ਰਾਜ ਦਾ ਦਰਵਾਜ਼ਾ ਬੰਦ ਕਰ ਦਿੰਦੇ ਹੋ, 들어가려고 ਨਾ ਤਾਂ ਖੁਦ ਹੀ ਉਸ ਵਿੱਚ ਪ੍ਰਵੇਸ਼ ਕਰਦੇ ਹੋ ਅਤੇ ਨਾ ਉਸ ਵਿੱਚ ਪ੍ਰਵੇਸ਼ ਕਰਨ ਵਾਲਿਆਂ ਨੂੰ ਪ੍ਰਵੇਸ਼ ਕਰਨ ਦਿੰਦੇ ਹੋ। ਤੁਸੀਂ ਬਗਿਆੜਾ ਅਤੇ ਬੁੱਕ ਦੇ ਬੱਬਰ ਸ਼ੀਹਾਂ ਦੇ ਵਾਂਗ ਹੋ। 삼키는 자들이라고 ਤੁਸੀਂ ਆਤਮਾਵਾਂ ਨੂੰ ਫਾੜ ਖਾਂਦੇ ਹੋ। 강력하게 ਯੀਸ਼ੂ ਨੇ ਉਹਨਾਂ ਦੀ ਆਤਮਿਕ ਪਛਾਣ ਦਾ ਬਹੁਤ ਦ੍ਰਿੜਤਾ ਨਾਲ ਖੁਲਾਸਾ ਕੀਤਾ। 우리 ਆਓ ਅਸੀਂ ਜਬੂਰਾਂ ਦੀ ਪੋਥੀ ਅਧਿਆਇ 78 ਦੇਖੀਏ 보시면서 우리 ਅਤੇ ਹਮੇਸ਼ਾ ਇਸ ਗੱਲ ਨੂੰ ਆਪਣੇ ਦਿਲਾਂ ਤੇ ਲਿਖੀਏ ਕਿ ਪਰਮੇਸ਼ਵਰ ਉਹ ਹਨ 시험의 대상은 결코 아니라 ਜਿਨ੍ਹਾਂ ਤੇ ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ, ਉਹ ਨਹੀਂ ਜਿਨ੍ਹਾਂ ਦੀ ਸਾਨੂੰ ਪ੍ਰੀਖਿਆ ਕਰਨੀ ਚਾਹੀਦੀ ਹੈ। ਜਬੂਰਾਂ ਦੀ ਪੋਥੀ ਅਧਿਆਇ 78 ਵਚਨ 10 ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਜੰਗਲ ਵਿੱਚ 40 ਸਾਲਾਂ ਦੀ ਯਾਤਰਾ ਦੇ ਦੌਰਾਨ 시험했던 장면들에 ਕਿਵੇਂ ਇਜ਼ਰਾਈਲੀਆਂ ਨੇ ਪਰਮੇਸ਼ਵਰ ਦੀ ਪ੍ਰੀਖਿਆ ਕੀਤੀ। 장면이 되겠습니다. ਆਓ ਅਸੀਂ ਜਬੂਰਾਂ ਦੀ ਪੋਥੀ ਅਧਿਆਇ 78 ਵਚਨ 10 ਦੇਖੀਏ। 저희가 ਉਹਨਾਂ ਨੇ ਪਰਮੇਸ਼ਵਰ ਦੇ ਨੇਮ ਦੀ ਪਾਲਣਾ ਨਾ ਕੀਤੀ ਅਤੇ ਪਰਮੇਸ਼ਵਰ ਦੀ ਵਿਵਸਥਾ ਉੱਤੇ ਚੱਲਣ ਤੋਂ ਨਾ ਕੀਤੀ। ਉਹਨਾਂ ਨੇ ਕੀ ਕੀਤਾ? ਉਹ ਉਸ ਦੇ ਕੰਮ ਅਤੇ ਅਚਰਜ ਕਰਤੱਵਾਂ ਨੂੰ ਜਿਹੜੇ ਉਸਨੇ ਉਹਨਾਂ ਨੂੰ ਵਿਖਾਏ ਭੁੱਲੇ ਬੈਠੇ। ਭਾਵੇਂ ਹੀ ਪਰਮੇਸ਼ਵਰ ਨੇ ਉਹਨਾਂ ਨੂੰ ਕੁਝ ਮੌਕਿਆਂ ਤੇ ਆਪਣੀ ਸ਼ਕਤੀ ਦਿਖਾਈ, 볼 때 ਪਰ ਕੁਝ ਸਮਾਂ ਬੀਤਣ ਤੇ 시간이 지나면 ਉਹ ਸਭ ਕੁਝ ਭੁੱਲ ਗਏ 또 원망하고 불평하고 하나님 ਅਤੇ ਫਿਰ ਤੋਂ ਬਿਨਾਂ ਅਰਥ ਵਾਲੀ ਗੱਲ ਕਹਿੰਦੇ ਹੋਏ ਸ਼ਿਕਾਇਤ ਕਰਨ ਲੱਗੇ 이와 같은 ਕਿ ਪਰਮੇਸ਼ਵਰ ਸਾਡੇ ਵਿਚਕਾਰ ਹੈ ਜਾਂ ਨਹੀਂ। 이스라엘 백성 ਜਬੂਰਾਂ ਦੀ ਪੋਥੀ ਦੇ ਲੇਖਕ ਨੇ ਇਜ਼ਰਾਈਲੀਆਂ ਦੇ ਵਿਸ਼ੇ ਵਿੱਚ ਇਸ ਤਰ੍ਹਾਂ ਲਿਖਿਆ, 했습니다. 12절 ਵਚਨ 12, ਉਹਨਾਂ ਦੇ ਪਿਓ ਦਾਦੀਆਂ ਦੇ ਅੱਗੇ ਮਿਸਰ ਦੇਸ਼ ਵਿੱਚ 소안돌에서 ਸੌਣ ਦੀ ਰੜ ਵਿੱਚ ਉਸਨੇ ਇੱਕ ਅਚਰਜ ਕੰਮ ਕੀਤਾ। 목전에서 행하셨으되 ਉਸਨੇ ਸਮੁੰਦਰ ਨੂੰ ਚੀਰ ਕੇ ਉਹਨਾਂ ਨੂੰ ਪਾਰ ਲੰਘਾਇਆ 같이 서게 하시고 ਅਤੇ ਪਾਣੀ ਨੂੰ ਢੇਰ ਵਾਂਗੂ ਖੜਾ ਕਰ ਦਿੱਤਾ। ਉਸਨੇ ਦਿਨ ਨੂੰ ਬੱਦਲ ਨਾਲ ਅਤੇ ਸਾਰੀ ਰਾਤ ਨੂੰ ਅੱਗ ਦੀ ਲੋਹ ਨਾਲ ਉਹਨਾਂ ਦੀ ਅਗਵਾਈ ਕੀਤੀ। 하셨으며 ਇਸ ਦਾ ਅਰਥ ਹੈ ਕਿ ਪਰਮੇਸ਼ਵਰ ਨੇ ਬੱਦਲ ਅਤੇ ਅੱਗ ਦੇ ਖੰਭੇ ਨਾਲ ਉਹਨਾਂ ਦੀ ਅਗਵਾਈ ਕੀਤੀ। 15절의 말 ਵਚਨ 15, ਉਸਨੇ ਉਜਾੜ ਵਿੱਚੋਂ ਚੱਟਾਨ ਪਾੜ ਕੇ 깊은 ਉਹਨਾਂ ਨੂੰ ਜਾਇਦਾ ਡੂੰਘਾਈਆਂ ਵਿੱਚੋਂ ਬਹੁਤ ਪਾਣੀ ਪਿਲਾਇਆ। 흡족히 마시 오셨으며 ਉਸਨੇ ਡੀਂਗ ਵਿੱਚੋਂ ਧਾਰਾਂ ਕੱਢੀਆਂ ਅਤੇ ਪਾਣੀ ਦਰਿਆਵਾਂ ਵਾਂਗੂ ਵਗਾਇਆ। ਤਾਂ ਉਹਨਾਂ ਨੇ ਉਹਦਾ ਹੋਰ ਵੀ ਪਾਪ ਕੀਤਾ ਅਤੇ ਥਲ ਵਿੱਚ ਅੰਤ ਮਹਾਨ ਤੋਂ ਅੰਕੀ ਹੀ ਰਹੇ। 자를 배반하였도다. 저희가 ਉਹਨਾਂ ਨੇ ਆਪੀ ਖੁਦਿਆਂ ਲਈ ਭੋਜਨ ਮੰਗ ਕੇ 그 심중에 ਉਹਨਾਂ ਨੇ ਪਰਮੇਸ਼ਵਰ ਦਾ ਕੀ ਕੀਤਾ? ਆਪਣੇ ਮਨ ਵਿੱਚ ਪਰਮੇਸ਼ਵਰ ਦਾ ਪਰਤਾਵਾ ਕੀਤਾ। 양식이 없다고 ਉਹਨਾਂ ਨੇ ਕਹਿੰਦੇ ਹੋਏ ਕਿ ਇੱਥੇ ਭੋਜਨ ਨਹੀਂ ਹੈ 그 중심에 ਸ਼ਿਕਾਇਤ ਕੀਤੀ ਅਤੇ ਪਰਮੇਸ਼ਵਰ ਦਾ ਪਰਤਾਵਾ ਕੀਤਾ। 하나님이 ਜੇਕਰ ਪਰਮੇਸ਼ਵਰ ਸਾਡੇ ਵਿਚਕਾਰ ਹੁੰਦੇ ਤਦ ਕੀ ਉਹ ਸਾਨੂੰ ਇਸ ਤਰ੍ਹਾਂ ਨਾਲ ਕਸ਼ਟ ਨਾਲ ਭਰੇ ਰਾਹ ਤੇ ਚੱਲਣ ਦਿੰਦੇ? 자기들 나름 ਆਪਣੇ ਖੁਦ ਦੇ ਵਿਚਾਰਾਂ ਨਾਲ ਉਹਨਾਂ ਨੇ ਲਗਾਤਾਰ ਪਰਮੇਸ਼ਵਰ ਦਾ 하나님에 대해서 ਪਰਤਾਵਾ ਕੀਤਾ ਅਤੇ ਬੁੜਬੁੜਾਏ। 원망과 불평으로 쏟아놓았던 것이죠. 예, 그래서 ਇਹ ਇੱਕ ਕਾਰਨ ਸੀ ਕਿ ਯਹੋਸ਼ੂਆ ਤੇ ਕਾਲੇਬ ਨੂੰ ਛੱਡ 20 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਪੁਰਖ ਕਨਾਨ ਵਿੱਚ ਪ੍ਰਵੇਸ਼ ਨਹੀਂ ਕਰ ਸਕੇ, 중에 하나가 바로 이런 대목들이었습니다. 이런 ਕਿਉਂਕਿ ਇਹ ਇੱਕ ਪਰਛਾਵਾ ਹੈ। 그림자가 있기 때문에 ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਸਮੂਹ ਦੇ ਲੋਕਾਂ ਦੇ ਨਾ ਬਣੀਏ। ਆਓ ਅਸੀਂ ਵਚਨ 29 ਦੇਖੀਏ। 그 ਉਹ ਪਰਮੇਸ਼ਵਰ ਦੇ ਵਿਰੁੱਧ ਬੋਲੇ। ਉਹਨਾਂ ਨੇ ਆਖਿਆ ਕਿ ਪਰਮੇਸ਼ਵਰ ਉਜਾੜ ਵਿੱਚ ਹੀ ਲੰਗਰ ਦਾ ਅਡੰਬਰ ਰਚ ਸਕੇਗਾ। 준비하시랴. ਇਸ ਦਾ ਅਰਥ ਹੈ ਕਿ ਪਰਮੇਸ਼ਵਰ ਵਿੱਚ ਇੰਨੇ ਸਾਰੇ ਲੋਕਾਂ ਨੂੰ ਖਿਲਾਉਣ ਦੀ ਸ਼ਕਤੀ ਹੈ। 능력이 있으랴. ਇਹ ਸਭ ਇਜ਼ਰਾਈਲੀਆਂ ਦੇ ਪਰਮੇਸ਼ਵਰ ਦਾ ਪਰਤਾਵਾ ਕਰਨ ਦਾ ਜ਼ਿਕਰ ਹੈ ਕਿ ਪਰਮੇਸ਼ਵਰ ਨੇ ਉਹਨਾਂ ਦੇ ਲਈ 40 ਸਾਲਾਂ ਤੱਕ ਹਰ ਦਿਨ ਸਵਰਗ ਤੋਂ ਜ਼ਬਰਦਸਤ ਮਾਤਰਾ ਵਿੱਚ ਭੋਜਨ ਨਹੀਂ ਬਰਸਾਇਆ। 양식을 매일같이 쏟아 부어 주지 않으셨습니까? ਪਰ ਉਹਨਾਂ ਨੇ ਪਰਮੇਸ਼ਵਰ ਦਾ ਪਰਤਾਵਾ ਕਿਵੇਂ ਕੀਤਾ 하나님이 ਕਿ ਪਰਮੇਸ਼ਵਰ ਉਜਾੜ ਵਿੱਚ ਹੀ ਲੰਗਰ ਦਾ ਅਡੰਬਰ ਰਚ ਸਕਦੇ ਹਨ? 우리한테 먹을 ਉਹ ਕਹਿ ਰਹੇ ਸਨ ਕਿ ਪਰਮੇਸ਼ਵਰ ਸਾਨੂੰ ਕਾਫੀ ਭੋਜਨ ਦੇ ਸਕਣਗੇ। ਜੇਕਰ ਅਸੀਂ ਪਰਮੇਸ਼ਵਰ ਤੇ ਵਿਸ਼ਵਾਸ ਰੱਖਦੇ ਹਾਂ 거 한다면 ਤਦ ਸਾਨੂੰ ਪਰਮੇਸ਼ਵਰ ਤੇ 100% ਭਰੋਸਾ ਰੱਖਣਾ ਚਾਹੀਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਨਜ਼ਰ ਵਿੱਚ ਨਕਾਰਾਤਮਕ ਦਿਖਾਉਣ ਵਾਲੇ ਹਾਲਾਤ ਤੋਂ ਕਾਬੂ ਨਾ ਕੀਤੇ ਜਾਈਏ। 영에만 사로잡히지 마시고
ਇਸ ਦੇ ਬਦਲੇ ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਵਾਅਦੇ ਤੇ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਕਰੀਏ। 우리 보면 ਭਾਵੇਂ ਹੀ ਧਰਤੀ ਸਾਡੀ ਨਜ਼ਰ ਵਿੱਚ ਇੱਕ ਵੱਡੇ ਗ੍ਰਹਿ ਦੇ ਵਾਂਗ ਦਿਖਾਈ ਦਿੰਦੀ ਹੈ, 우주에서 보면 ਪਰ ਕੀ ਪਰਮੇਸ਼ਵਰ ਇਸ ਨੂੰ ਡੋਲ ਵਿੱਚ ਦੀ ਇੱਕ ਬੂੰਦ ਅਤੇ ਜ਼ੀਰੋ ਦੇ ਬਰਾਬਰ ਨਹੀਂ ਮੰਨਦੇ? 빈 것같이 여기신다고 하지 않았습니까? 그를 ਧਰਤੀ ਇਸ ਤਰ੍ਹਾਂ ਦੀ ਹੈ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਦਿਖਾਏ ਰਾਹ ਤੇ ਵਿਸ਼ਵਾਸ ਨਾਲ ਪਾਲਨ ਕਰੀਏ। 또 인도하시는 그 인도를 따라가야 되겠습니다. ਆਓ ਅਸੀਂ ਵਚਨ 20 ਦੇਖੀਏ। 제가 ਵੇਖੋ, ਉਸਨੇ ਚੱਟਾਨ ਨੂੰ ਮਾਰਿਆ, ਪਾਣੀ ਫੁੱਟ ਨਿਕਲਿਆ ਅਤੇ ਧਾਰਾਂ ਵਗ ਪਈਆਂ। ਕੀ ਉਹ ਰੋਟੀ ਵੀ ਦੇ ਸਕੇਗਾ? 그 백성을 위하여 ਨਾਲੇ ਆਪਣੀ ਪ੍ਰਜਾ ਨੂੰ ਮਹਾਪ੍ਰਸਾਦ ਵੀ ਅਪਣਾਵੇਗਾ। ਇਸ ਲਈ ਜਦ ਯਹੋਵਾ ਨੇ ਸੁਣਿਆ ਤਾਂ ਅੰਤ ਕ੍ਰੋਧਵਾਨ ਹੋਇਆ ਅਤੇ ਯਾਕੂਬ ਵਿੱਚ ਅੱਗ ਭੜਕੀ, 하며 ਨਾਲੇ ਇਜ਼ਰਾਈਲ ਉੱਤੇ ਵੀ ਕੋਪ ਹੋਇਆ, 이는 하나님을 ਕਿਉਂਕਿ ਉਹਨਾਂ ਨੇ ਪਰਮੇਸ਼ਵਰ ਉੱਤੇ ਪ੍ਰਤੀਤ ਨਾ ਕੀਤੀ 어떻게 해요? ਅਤੇ ਉਸ ਦੇ ਬਚਾਅ ਉੱਤੇ ਭਰੋਸਾ ਨਾ ਰੱਖਿਆ। 갖고 있습니다. ਜਦੋਂ ਉਹ ਮਿਸਰ ਤੋਂ ਬਾਹਰ ਆ ਰਹੇ ਸੀ, ਤਦ ਪਰਮੇਸ਼ਵਰ ਨੇ ਉਹਨਾਂ ਨੂੰ ਅਨੇਕ ਚਮਤਕਾਰ ਦਿਖਾਏ। 주었거늘 그런 거 ਹਾਲਾਂਕਿ ਉਹਨਾਂ ਨੇ ਉਹਨਾਂ ਕੰਮਾਂ ਦੀ ਪਰਵਾਹ ਨਹੀਂ ਕੀਤੀ। 다 잊어버리고 ਉਹ ਸਭ ਕੁਝ ਭੁੱਲ ਗਏ, 그 불편함, ਕਿਉਂਕਿ ਉਹ ਵਰਤਮਾਨ ਅਸੁਵਿਧਾ 아쉬움 ਅਤੇ ਘੱਟ ਮਾਤਰਾ ਵਿੱਚ 못하고 인내하지 ਧੀਰਜ ਰੱਖਣ ਵਿੱਚ ਅਸਫਲ ਰਹੇ। 결국 ਇਸ ਲਈ ਉਹਨਾਂ ਨੇ ਲਗਭਗ 하는 ਹਰ ਪਲ ਪਰਮੇਸ਼ਵਰ ਦੇ ਵਿਰੁੱਧ ਸ਼ਿਕਾਇਤ ਕੀਤੀ। 일어났던 것입니다. 그러니 ਲਗਭਗ 20 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ 6 ਲੱਖ ਪੁਰਖ 만이 하나 ਮਿਸਰ ਤੋਂ ਨਿਕਲੇ ਸੀ, 가나안 땅에 ਪਰ ਉਹਨਾਂ ਵਿੱਚੋਂ ਯਹੋਸ਼ੂ ਅਤੇ ਕਾਲੇਬ ਨੂੰ ਛੱਡ 바와 갈렙이라는 ਕੋਈ ਵੀ ਕਨਾਨ ਦੇਸ਼ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ। 가나안 땅 발을 들여놓을 수 있었다는 것을 우리가 생각할 때 ਕਿੰਨੇ ਦੁੱਖ ਦੀ ਗੱਲ ਹੈ ਇਹ। 입니까? 너희는 저런 ਪਰਮੇਸ਼ਵਰ ਨੇ ਇਹ ਕਹਿ ਕੇ ਸਾਡੇ ਲਈ ਇਹ ਜ਼ਿਕਰ ਕੀਤਾ ਕਿ ਤੁਸੀਂ ਉਹਨਾਂ ਦੇ ਵਾਂਗ ਨਾ ਬਣੋ। 것입니다. ਸਾਨੂੰ ਚਾਹੀਦਾ ਹੈ ਕਿ ਅਸੀਂ ਕਦੀ ਉਹਨਾਂ ਦੇ ਵਾਂਗ ਨਾ ਬਣੀਏ 그렇죠? ਜੋ ਪਰਮੇਸ਼ਵਰ ਦਾ ਪਰਤਾਵਾ ਕਰਦੇ ਹਨ। 지금 10 ਆਓ ਅਸੀਂ ਜ਼ਬੂਰਾਂ ਦੀ ਪੋਥੀ ਅਧਿਆਇ 78 ਵਚਨ 40 ਦੇ ਨਾਲ ਪੜ੍ਹਨਾ ਜਾਰੀ ਰੱਖੀਏ। 40절부터 보시면 ਕਿੰਨੀ ਵਾਰ ਉਹ ਉਜਾੜ ਵਿੱਚ ਉਸ ਤੋਂ ਆਕੀ ਹੋਏ 반항하며 ਅਤੇ ਉਸ ਨੂੰ ਥਲ ਵਿੱਚ ਉਦਾਸ ਕੀਤਾ। 함이 몇 번인고 ਮੁੜ ਕੇ ਕੀ ਕਰਦੇ ਸੀ? 하나님을 제3 뭘 했다고요? ਉਹਨਾਂ ਨੇ ਪਰਮੇਸ਼ਵਰ ਨੂੰ ਪਰਤਾਇਆ, 이 참 ਉਹਨਾਂ ਨੇ ਪਰਮੇਸ਼ਵਰ ਦਾ ਪਰਤਾਵਾ ਕੀਤਾ। 하나님에 대해서 ਇਹ ਪਰਮੇਸ਼ਵਰ ਦੇ ਵਿਰੁੱਧ ਦੁਸ਼ਟ ਕੰਮ ਹੈ। ਉਹਨਾਂ ਨੇ ਉਸ ਦੇ ਹੱਥ ਨੂੰ ਚੇਤੇ ਨਾ ਰੱਖਿਆ, 기도 아니하며 ਨਾ ਉਸ ਦਿਨ ਨੂੰ ਜਦ ਉਸ ਨੇ ਉਹਨਾਂ ਨੂੰ ਵਿਰੋਧੀ ਤੋਂ ਛੁਡਾਇਆ, ਜਦ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ 그 징조를 ਅਤੇ ਸੌਣ ਦੀ ਜੂਹ ਵਿੱਚ ਆਪਣੇ ਅਚੰਭੇ ਵਿਖਾਏ। 나타내서 ਉਸ ਨੇ ਉਹਨਾਂ ਦੇ ਦਰਿਆਵਾਂ ਨੂੰ ਲਹੂ ਬਣਾ ਦਿੱਤਾ, ਨਾਲੇ ਉਹਨਾਂ ਦੀਆਂ ਨਦੀਆਂ ਨੂੰ ਸੋ ਉਹਨਾਂ ਤੋਂ ਪੀ ਨਾ ਸਕੇ। ਉਸ ਨੇ ਉਹਨਾਂ ਵਿੱਚੋਂ ਮੱਖਾਂ ਦੇ ਝੁੰਡ ਕੱਲੇ ਜਿਹੜੇ ਉਹਨਾਂ ਨੂੰ ਖਾ ਗਏ, ਅਤੇ ਡੱਡੂ ਜਿਨ੍ਹਾਂ ਨੇ ਉਹਨਾਂ ਦਾ ਸਤਿਆਨਾਸ਼ ਕੀਤਾ। ਉਸ ਨੇ ਉਹਨਾਂ ਦੀ ਪੈਦਾਵਾਰ ਕੀੜੀਆਂ ਨੂੰ ਅਤੇ ਉਹਨਾਂ ਦੀ ਮਿਹਨਤ ਸਲਾਹ ਨੂੰ ਦਿੱਤੀ। ਉਸ ਨੇ ਉਹਨਾਂ ਦੀਆਂ ਦਾਖ ਦੀਆਂ ਵੇਲਾਂ ਨੂੰ ਗੜੀਆਂ ਨਾਲ ਅਤੇ ਉਹਨਾਂ ਦੀਆਂ ਗੁੱਲਰ ਦੀਆਂ ਰੁੱਖਾਂ ਨੂੰ ਵੱਡੇ ਵੱਡੇ ਓਲਿਆਂ ਨਾਲ ਬਰਬਾਦ ਕਰ ਸੁੱਟਿਆ। ਉਸ ਨੇ ਉਹਨਾਂ ਦੇ ਪਸ਼ੂਆਂ ਨੂੰ ਗੜੀਆਂ ਦੇ ਅਤੇ ਉਹਨਾਂ ਦੇ ਵੱਗਾਂ ਨੂੰ ਤੇਜ਼ ਲਸ਼ਕਾਂ ਦੇ ਹਵਾਲੇ ਕੀਤਾ। ਉਸ ਨੇ ਬੁਰਾਈਆਂ ਦੇ ਦੂਤਾਂ ਨੂੰ ਘੱਲ ਕੇ ਆਪਣੇ ਕ੍ਰੋਧ ਦਾ ਡਾਂਡਾ ਕਹਿਰ, ਰੋਸਾ, ਗਜਬ ਅਤੇ ਬਿਪਤਾ 벌하는 사자들이 있습니다. ਉਹਨਾਂ ਉੱਤੇ ਪਾ ਦਿੱਤੀ। 그에게 내려 보내셨으며 ਉਸ ਨੇ ਆਪਣੇ ਕ੍ਰੋਧ ਦੇ ਲਈ ਰਾਹ ਸਿੱਧਾ ਕੀਤਾ। ਉਸ ਨੇ ਉਹਨਾਂ ਦੀਆਂ ਜਾਨਾਂ ਨੂੰ ਮੌਤ ਤੋਂ ਨਾ ਰੋਕਿਆ, ਸਗੋਂ ਉਹਨਾਂ ਦੀਆਂ ਹਯਾਤੀਆਂ ਨੂੰ ਬਵਾ ਦੇ ਹਵਾਲੇ ਕੀਤਾ। ਉਸ ਨੇ ਮਿਸਰ ਵਿੱਚੋਂ ਸਾਰੇ ਪਲੋਠੇ ਮਾਰ ਸੁੱਟੇ ਜਿਹੜੇ ਹਾਮ ਦੇ ਤੰਬੂਆਂ ਵਿੱਚ ਉਹਨਾਂ ਦੀ ਸ਼ਕਤੀ ਦਾ ਮੂੜ ਸਨ, ਪਰ ਆਪਣੀ ਪ੍ਰਜਾ ਨੂੰ ਭੇਡਾਂ ਵਾਂਗ ਲੈ ਤੁਰਿਆ 하시고 광야에서 ਅਤੇ ਉਜਾੜ ਵਿੱਚ ਇੰਜੜ ਵਾਂਗੂ ਉਹਨਾਂ ਦੀ ਅਗਵਾਈ ਕੀਤੀ 저희를 안전히 ਅਤੇ ਉਹਨਾਂ ਨੂੰ ਸੁੱਖ ਨਾਲ ਲੈ ਗਿਆ ਸੋ ਉਹ ਨਾ ਡਰੇ। 있었으나 ਪਰ ਉਹਨਾਂ ਦੇ ਵੈਰੀਆਂ ਨੂੰ ਸਮੁੰਦਰ ਨੇ ਢੱਕ ਲਿਆ। 깨어도다. ਤਾਂ ਉਸ ਨੇ ਉਹਨਾਂ ਨੂੰ ਆਪਣੇ ਪਵਿੱਤਰ ਥਾਂ ਦੇ ਬੰਨੇ ਤੇ ਕਪੜਾਇਆ, ਇਸ ਪਹਾੜ ਤੇ ਜਿਹਨੂੰ ਉਸ ਦੇ ਸੱਜੇ ਹੱਥ ਨੇ ਲਿਆ ਸੀ। 또 열방 ਉਸ ਨੇ ਕੌਮਾਂ ਨੂੰ ਉਹਨਾਂ ਦੇ ਅੱਗੋਂ ਕੱਢ ਦਿੱਤਾ 하시며 ਅਤੇ ਜਰੀਬ ਨਾਲ ਮਿਣ ਕੇ ਉਹਨਾਂ ਨੂੰ ਮਿਲਖ ਦਿੱਤੀ 이스라엘 ਅਤੇ ਇਜ਼ਰਾਈਲ ਦੀਆਂ ਗੋਤਾਂ ਨੂੰ ਉਹਨਾਂ ਦੇ ਤੰਬੂਆਂ ਵਿੱਚ ਵਸਾਇਆ। 그럴지라도 ਪਰ 이런 ਭਾਵੇਂ ਹੀ ਪਰਮੇਸ਼ਵਰ ਨੇ ਬਹੁਤ ਵਾਰ ਆਪਣੀ ਸ਼ਕਤੀ ਦਿਖਾਈ, 지라도 ਉਹਨਾਂ ਨੇ ਅੰਤ ਮਹਾਨ ਪਰਮੇਸ਼ਵਰ ਦੇ ਨਾਲ ਕੀ ਕੀਤਾ? 어떻게 했다고요? ਤਾਂ ਵੀ ਉਹਨਾਂ ਨੇ ਅੰਤ ਮਹਾਨ ਪਰਮੇਸ਼ਵਰ ਨੂੰ ਪਰਤਾਇਆ 그 ਅਤੇ ਉਸ ਤੋਂ ਆਕੀ ਹੋ ਗਏ ਅਤੇ ਉਸ ਦੀਆਂ ਸਾਖੀਆਂ ਦੀ ਪਾਲਣਾ ਨਾ ਕੀਤੀ। ਜ਼ਬੂਰਾਂ ਦੀ ਪੋਥੀ ਦੀ ਪੁਸਤਕ ਵਿੱਚ ਅਸੀਂ ਇਜ਼ਰਾਈਲੀਆਂ ਦੇ ਜੰਗਲ ਵਿੱਚ ਨਸ਼ਟ ਹੋਣ ਦੇ ਕਾਰਨ ਲੱਭ ਸਕਦੇ ਹਾਂ। 에서 이렇게 또 기록을 하고 있습니다. 예. ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਰੇ ਜਿਨ੍ਹਾਂ ਨੇ ਪਰਮੇਸ਼ਵਰ ਦਾ ਪਰਤਾਵਾ ਕੀਤਾ ਸੀ ਜੰਗਲ ਵਿੱਚ ਨਸ਼ਟ ਹੋ ਗਏ। 같은 내용이 아니겠습니까? ਤਦ ਉਹਨਾਂ ਦੇ ਪਰਮੇਸ਼ਵਰ ਦਾ ਪਰਤਾਵਾ ਕਰਨ ਦਾ ਕਾਰਨ ਕੀ ਸੀ? ਜ਼ਬੂਰਾਂ ਦੀ ਪੋਥੀ 78 ਵਿੱਚ ਅਸੀਂ ਦੇਖਿਆ 말씀을 보니까 ਕਿ ਉਹਨਾਂ ਨੂੰ ਨਾ ਤਾਂ ਪਰਮੇਸ਼ਵਰ ਤੇ ਵਿਸ਼ਵਾਸ ਸੀ 하나님 권능도 ਅਤੇ ਨਾ ਹੀ ਉਹਨਾਂ ਨੇ ਪਰਮੇਸ਼ਵਰ ਦੀ ਸ਼ਕਤੀ ਨੂੰ ਯਾਦ ਕੀਤਾ 그 모든 역사를 ਅਤੇ ਨਾ ਹੀ ਪਰਮੇਸ਼ਵਰ ਦੁਆਰਾ ਕੀਤੇ ਹੋਏ ਕੰਮਾਂ ਨੂੰ ਮਨ ਵਿੱਚ ਰੱਖਿਆ। 오늘날 ਇਸ ਯੁੱਗ ਵਿੱਚ ਅਨੇਕ ਲੋਕ ਮੁਕਤੀ ਪਾਉਣਾ ਚਾਹੁੰਦੇ ਹਨ। 인류 인생들이 구원받기를 원하고는 있습니다. ਉਹ ਸਵਰਗ ਸੱਦੀ ਜਾਣ ਵਾਲੀ ਚੰਗੀ ਜਗ੍ਹਾ ਤੇ ਜਾਣਾ ਚਾਹੁੰਦੇ ਹਨ, 천국은 있지만
ਤਦ ਕਿ ਸਾਨੂੰ ਪਰਮੇਸ਼ਵਰ ਦਾ ਪਰਤਾਵਾ ਕਰਨ ਵਾਲੇ ਵਿਸ਼ਵਾਸ ਨਾਲ ਨਹੀਂ, 믿음이 아니라 ਪਰ ਪਰਮੇਸ਼ਵਰ ਤੇ ਰੱਖੇ ਵਿਸ਼ਵਾਸ ਨਾਲ ਸਵਰਗ ਨਹੀਂ ਜਾਣਾ ਚਾਹੀਦਾ। 나가야 안 되겠습니까? ਆਓ ਅਸੀਂ ਪਹਿਲਾ ਪਤਰਸ ਅਧਿਆਇ 5 ਵਚਨ 8 ਤੇ ਇੱਕ ਨਜ਼ਰ ਪਾਈਏ। ਸੁਚੇਤ ਹੋਵੋ, ਜਾਗਦੇ ਰਹੋ, ਤੁਹਾਡਾ ਵਿਰੋਧੀ ਸ਼ੈਤਾਨ ਬੁੱਕਦੇ ਸੀਹ ਵਾਂਗੂ ਭਾਲਦਾ ਫਿਰਦਾ ਹੈ, 또 다니며 ਭਾਈ ਕਿਹਨੂੰ ਪਾੜ ਖਾਵਾਂ। 자, 이 ਸ਼ੈਤਾਨ ਬੁੱਕਦੇ ਸੀਹ ਵਾਂਗੂ ਭਾਲਦਾ ਫਿਰਦਾ ਹੈ 삼킬 자를 ਕਿ ਕਿਸ ਨੂੰ ਪਾੜ ਖਾਵੇ। 어떤 ਸ਼ੈਤਾਨ ਦੇ ਲਈ ਸਭ ਤੋਂ ਆਸਾਨ ਸ਼ਿਕਾਰ ਕੀ ਹੈ? 먹이로 생각합니까? ਜੋ ਪਰਤਾਵੇ ਵਿੱਚ ਪਏ ਹਨ ਉਹ ਸ਼ੈਤਾਨ ਦੇ ਸ਼ਿਕਾਰ ਹਨ, 이런 사람이 이제 ਜੋ ਬੁੱਕਦੇ ਸੀਹ ਦੇ ਵਾਂਗ ਹੈ। 자기가 삼킬 대상이 되는 것입니다. ਇਸ ਲਈ ਆਓ ਅਸੀਂ ਵਚਨ 9 ਦੇਖੀਏ। 너희 ਕਿਸ ਵਿੱਚ ਤਕੜੇ ਹੋ ਕੇ 하라고요. ਤੁਸੀਂ ਆਪਣੀ ਨੀਚਾ ਵਿੱਚ ਤਕੜੇ ਹੋ ਕੇ ਉਹਦਾ ਸਾਹਮਣਾ ਕਰੋ, 대적하라. ਇਹ ਜਾਣ ਕੇ ਜੋ ਤੁਹਾਡੇ ਗੁਰੂ ਭਾਈ ਜਿਹੜੇ ਜਗਤ ਵਿੱਚ ਹਨ 동일한 ਉਹਨਾਂ ਨੂੰ ਵੀ ਇਹੋ ਦੁੱਖ ਸਹਿਣੇ ਪੈਂਦੇ ਹਨ। ਅਤੇ ਧਰਮ ਕਿਰਪਾਲੂ ਪਰਮੇਸ਼ਵਰ ਜਿਨਨੇ ਤੁਹਾਨੂੰ ਆਪਣੇ ਸੰਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ, 들어가게 하시니까 ਜਦ ਤੁਸੀਂ ਥੋੜਾ ਚਿਰ ਦੁੱਖ ਭੋਗ ਲਿਆ 친히 ਤਾਂ ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਤਕੜਾ ਕਰੇਗਾ। 강하게 하시고 털을 견고케 하실 것이다 고 했습니다. ਹਰ ਕੋਈ ਕੁਝ ਦੇਰ ਤੱਕ ਦੁੱਖ ਸਹਿਣ ਕਰਦਾ ਹੈ। 다 있습니다. ਇਸ ਤਰ੍ਹਾਂ ਨਹੀਂ ਕਿ ਕੁਝ ਲੋਕ ਥੋੜਾ ਦੁੱਖ ਸਹਿ ਰਹੇ ਹਨ 고난이 ਅਤੇ ਕੁਝ ਲੋਕ ਬਹੁਤ। 많지가 않습니다. ਜਿਨ੍ਹਾਂ ਦੇ ਕੋਲ ਬਹੁਤ ਹੈ ਉਹਨਾਂ ਦੇ ਕੋਲ ਜੋ ਕੁਝ ਹੈ ਉਸ ਦੇ ਕਾਰਨ ਉਹ ਦੁੱਖ ਸਹਿ ਰਹੇ ਹਨ, 없는 사람은 ਅਤੇ ਜੋ ਗਰੀਬ ਹੈ ਉਹਨਾਂ ਦੇ ਕੋਲ ਜੋ ਨਹੀਂ ਹੈ ਉਸ ਦੇ ਕਾਰਨ ਦੁੱਖ ਸਹਿ ਰਹੇ ਹਨ। ਅਸੀਂ ਸਿਉਣ ਦੀਆਂ ਸੰਤਾਨਾਂ ਨੂੰ 우리 모든 ਪਰਮੇਸ਼ਵਰ ਦੀ ਇਹ ਇੱਛਾ ਸਮਝਣੀ ਚਾਹੀਦੀ ਹੈ ਤਾਂ ਜੋ ਅਸੀਂ ਪਰਤਾਵੇ ਵਿੱਚ ਨਾ ਪਈਏ। 그렇지 않도록끔 우리 모두가 또 노력해야 되겠고 우리 ਸਾਨੂੰ ਕਦੀ ਵੀ ਸ਼ੈਤਾਨ ਦੇ ਪਰਤਾਵੇ ਵਿੱਚ ਨਹੀਂ ਪੈਣਾ ਚਾਹੀਦਾ 하나님에게서 ਜੋ ਸਾਡੀਆਂ ਆਤਮਾਵਾਂ ਨੂੰ ਸਵਰਗ ਤੋਂ ਦੂਰ ਰੱਖਣ ਅਤੇ ਪਰਮੇਸ਼ਵਰ ਦੇ ਨਾਲ ਵਿਸ਼ਵਾਸਘਾਤ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। 빠져서는 안 되겠죠. ਸਾਨੂੰ ਚਾਹੀਦਾ ਹੈ ਕਿ ਅਸੀਂ ਪਰਤਾਵੇ ਵਿੱਚ ਨਾ ਪਈਏ, 되겠지만 ਪਰ ਇਸ ਤੋਂ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਅਸੀਂ ਕਦੇ ਪਰਮੇਸ਼ਵਰ ਦੀ ਪ੍ਰੀਖਿਆ ਨਾ ਕਰੀਏ। ਆਓ ਅਸੀਂ ਯਾਕੂਬ ਅਧਿਆਇ 1 ਪੜ੍ਹੀਏ। ਯਾਕੂਬ ਅਧਿਆਇ 1 ਵਚਨ 12। ਧਨ ਹੈ ਉਹ ਜੋ ਪਰਤਾਵੇ ਨੂੰ ਸਹਿ ਲੈਂਦਾ ਹੈ। 있다고요. 여기 ਇੱਥੇ ਸਹਿ ਲੈਣ ਦਾ ਅਰਥ ਹੈ ਸਹਿਣ ਕਰਨਾ। 뛴다는 뜻입니다. ਜਦੋਂ ਅਯੂਬ ਦੀ ਪ੍ਰੀਖਿਆ ਕੀਤੀ ਗਈ ਤਦ ਉਸਨੇ ਕੀ ਕੀਤਾ? ਉਸਨੇ ਸਹਿਣ ਕੀਤਾ। ਪਰਮੇਸ਼ਵਰ ਨੇ ਦਿੱਤਾ ਤੇ ਪਰਮੇਸ਼ਵਰ ਨੇ ਹੀ ਲਿਆ। 또 하나님이신데 하나님 ਪਰਮੇਸ਼ਵਰ ਨੇ ਬਸ ਜੋ ਦਿੱਤਾ ਸੀ ਉਹ ਲਿਆ ਹੈ। 그게 ਤਦ ਮੈਂ ਇਸ ਗੱਲ ਤੇ ਕਿਉਂ ਬੜਬੜਾਵਾਂ? 되겠느냐? ਸ਼ੈਤਾਨ ਦੇ ਉਸਦੇ ਸਰੀਰ ਨੂੰ ਫੋੜਿਆਂ ਨਾਲ ਪੀੜਤ ਕਰਦੇ ਸਮੇਂ ਜਦੋਂ ਅਯੂਬ ਦੁੱਖ ਵਿੱਚ ਸੀ 하나님을 저주하고 ਤਦ ਉਸਦੀ ਪਤਨੀ ਨੇ ਉਸਨੂੰ ਭਲਾ ਬੁਰਾ ਕਿਹਾ, 또 차라리 죽어버리라. 이런 ਜਿਵੇਂ ਕਿ ਪਰਮੇਸ਼ਵਰ ਦੀ ਨਿੰਦਾ ਕਰ ਅਤੇ ਮਰ ਜਾ। 들었을 때에도 그 ਪਰ ਅਯੂਬ ਨੇ ਕਿਹਾ 하나님 축복 ਕਿ ਹੁਣ ਤੱਕ ਜੋ ਅਸੀਂ ਪਰਮੇਸ਼ਵਰ ਦੇ ਹੱਥ ਤੋਂ ਸੁੱਖ ਲੈ ਰਹੇ ਹਾਂ, 하나님께서 주시는 것이 ਪਰਮੇਸ਼ਵਰ ਤੋਂ ਦੁੱਖ ਵੀ ਨਾ ਲਈਏ। ਸਾਰੇ ਲੋਕੋ, ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਪ੍ਰਕਾਰ ਦਾ ਵਿਸ਼ਵਾਸ ਰੱਖੀਏ 해야 되겠습니다. ਕਿ ਪਰਮੇਸ਼ਵਰ ਨੇ ਅਯੂਬ ਨੂੰ ਅੰਤ ਤੱਕ ਸਿਰਫ ਦੁੱਖ ਅਤੇ ਕਸ਼ਟ ਹੀ ਦਿੱਤੇ ਸੀ, 고통만 주셨습니까? ਕਿਉਂਕਿ ਸ਼ੈਤਾਨ ਨੇ ਉਸਦੀ ਪ੍ਰੀਖਿਆ ਕਰਨ ਤੇ ਵੀ ਅਯੂਬ ਪਰਤਾਵੇ ਵਿੱਚ ਨਹੀਂ ਪਿਆ। 끝내 하나님께서 ਇਸ ਲਈ ਕਿ ਪਰਮੇਸ਼ਵਰ ਨੇ ਉਸ ਨੂੰ ਉਸਦੇ ਪਹਿਲਾਂ ਦੇ ਦਿਨਾਂ ਤੋਂ ਜ਼ਿਆਦਾ ਨਹੀਂ ਦਿੱਤਾ 하게 해 주시고 또 그 ਅਤੇ ਉਸ ਨੂੰ ਹੋਰ ਜ਼ਿਆਦਾ ਸੰਤਾਨ ਪੈਦਾ ਕਰਨ ਦੀ ਆਸ਼ੀਸ਼ ਨਹੀਂ ਦਿੱਤੀ। 축복을 주지 않았습니까? ਇਸ ਲਈ ਯਾਕੂਬ ਅਧਿਆਇ 1 ਵਚਨ 12 ਵਿੱਚ ਲਿਖਿਆ ਹੈ, 시험을 견뎌내 ਜੋ ਪ੍ਰੀਖਿਆ ਵਿੱਚ ਸਥਿਤ ਰਹਿੰਦੇ ਹਨ ਅਰਥਾਤ ਜੋ ਸਹਿਣ ਕਰਕੇ ਪ੍ਰੀਖਿਆ ਪਾਰ ਕਰਦੇ ਹਨ 절에는 설명 ਉਹ ਧਨ ਹਨ। ਆਓ ਅਸੀਂ ਇਸ ਵਚਨ ਨੂੰ ਪੜ੍ਹਨਾ ਜਾਰੀ ਰੱਖੀਏ, 이것에 옳다 ਕਿਉਂਕਿ ਜੋ ਖਰਾ ਨਿਕਲਿਆ 받은 후에 ਤਾਂ ਉਹਨੂੰ ਕੀ ਪ੍ਰਾਪਤ ਹੋਵੇਗਾ? 자기를 ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ ਜਿਹਦਾ ਪ੍ਰਭੂ ਨੇ ਆਪਣੇ ਪ੍ਰੇਮੀਆਂ ਨਾਲ 약속하신 ਵਾਅਦਾ ਕੀਤਾ ਹੈ। 생명의 멸류관을 얻을 것임이니라고 했습니다. ਪ੍ਰੀਖਿਆ ਪਾਰ ਕਰਨ ਵਾਲੇ ਜੀਵਨ ਦਾ ਮੁਕਟ ਪਾਉਣਗੇ। 생명의 멸류관을 얻습니다. ਜੀਵਨ ਦਾ ਮੁਕਟ ਪਾਉਣ ਵਾਲੇ ਲੋਕ ਕਿੱਥੇ ਜਾਣਗੇ? 가는 곳이 어디죠? ਉਸ ਰਾਜ ਵਿੱਚ ਜਿੱਥੇ ਸੰਦੀਪਕ ਜੀਵਨ ਹੈ। 있습니까? ਕੀ ਉਹ ਸਵਰਗ ਦਾ ਰਾਜ ਨਹੀਂ ਹੈ? 갈 수 있다는 뜻입니다. ਇਸ ਦਾ ਅਰਥ ਹੈ ਕਿ ਜਦੋਂ ਅਸੀਂ ਪ੍ਰੀਖਿਆ ਪਾਰ ਕਰਾਂਗੇ ਤਦ ਸਵਰਗ ਜਾ ਸਕਾਂਗੇ। ਯਿਸੂ ਨੇ ਪ੍ਰੀਖਿਆ ਪਾਰ ਕੀਤੀ ਅਤੇ ਉਤਪਤ 22 ਵਿੱਚ ਅਬਰਾਹਮ ਨੇ ਪ੍ਰੀਖਿਆ ਪਾਰ ਕੀਤੀ, 또 ਅਯੂਬ ਨੇ ਵੀ ਪ੍ਰੀਖਿਆ ਪਾਰ ਕੀਤੀ। ਵਿਸ਼ਵਾਸ ਦੇ ਪੁਰਖਿਆਂ ਵਿੱਚੋਂ ਹਰ ਇੱਕ ਨੂੰ ਪ੍ਰੀਖਿਆ ਦਾ ਸਾਹਮਣਾ ਕਰਨਾ ਪਿਆ, 속에 ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਉਹਨਾਂ ਛੋਟੀਆਂ ਜਿਹੀਆਂ ਪ੍ਰੀਖਿਆਵਾਂ ਦੇ ਕਾਰਨ ਨਾ ਤਾਂ ਪਰਮੇਸ਼ਵਰ ਦੇ ਵਿਰੁੱਧ ਸ਼ਿਕਾਇਤ ਕੀਤੀ, 것 때문에 ਨਾ ਉਹਨਾਂ ਦੇ ਨਾਲ ਵਿਸ਼ਵਾਸਘਾਤ ਕੀਤਾ 배반하고 ਅਤੇ ਨਾ ਹੀ ਉਹਨਾਂ ਨੇ ਪਰਮੇਸ਼ਵਰ ਤੇ ਆਪਣੇ ਵਿਸ਼ਵਾਸ ਨੂੰ ਗਵਾਇਆ। 이런 사람은 없었습니다. ਯਹੂਦਾ ਸਕਰਿਓਤੀ ਦਾ ਮਾਮਲਾ ਅਪਵਾਦ ਹੈ, ਪਰ ਕੀ ਬਾਈਬਲ ਵਿੱਚ ਉਸ ਦਾ ਮਾਮਲਾ ਸਾਡੇ ਸਬਕ ਦੇ ਲਈ ਨਹੀਂ ਲਿਖਿਆ ਹੈ? 우리는 결단코 ਇਸ ਲਈ ਕਿ ਅਸੀਂ ਉਸ ਦਾ ਪਾਲਨ ਨਾ ਕਰੀਏ। 일단은 어떤 본보기로 성경 가운데 또 기록되어 있는 것 아니겠습니까?
오늘 이 ਅੱਜ ਇਸ ਘੜੀ ਆਓ ਅਸੀਂ ਆਪਣੇ ਦਿਲਾਂ ਤੇ ਯੀਸ਼ੂ ਦੇ ਸ਼ੈਤਾਨ ਨੂੰ ਦੂਰ ਕਰਦੇ ਸਮੇਂ ਬੋਲੇ ਵਚਨ ਕੀ 물리치실 때 ਤੂੰ ਆਪਣੇ ਪ੍ਰਭੂ ਪਰਮੇਸ਼ਵਰ ਨੂੰ ਨਾ ਪਰਤਾ 6장에서 ਅਤੇ ਵਿਵਸਥਾ ਸਾਰ 6 ਵਿੱਚ ਪਰਮੇਸ਼ਵਰ ਦੇ ਦਿੱਤੇ ਵਚਨ ਕਿ ਤੁਸੀਂ ਆਪਣੇ ਪਰਮੇਸ਼ਵਰ ਯਹੋਵਾ ਨੂੰ ਨਾ ਪਰਤਾਓ ਆਪਣੇ ਦਿਲਾਂ ਤੇ ਲਿਖ ਲਈਏ। 책에서 ਆਓ ਅਸੀਂ ਪਤਰਸ ਦੇ ਵਾਂਗ ਬਣੀਏ ਜਿਸ ਨੇ ਕਿਹਾ ਤੂੰ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਮਸੀਹ ਹੈ। ਜੇਕਰ ਤੈਨੂੰ ਜੇਲ੍ਹ ਵਿੱਚ ਵੀ ਜਾਣਾ ਪਵੇ ਤਦ ਮੈਂ ਵੀ ਜੇਲ੍ਹ ਵਿੱਚ ਜਾਣ ਨੂੰ ਤਿਆਰ ਹਾਂ। ਮੈਂ ਆਖਰੀ ਸਾਹ ਤੱਕ ਵੀ ਤੇਰੇ ਪਿੱਛੇ ਪਿੱਛੇ ਚੱਲਾਂਗਾ। ਪਵਿੱਤਰ ਆਤਮਾ ਦੇ ਸੰਤਮ ਯੁੱਗ ਵਿੱਚ 땅 위에 ਪਰਮੇਸ਼ਵਰ ਸਾਡੀ ਮੁਕਤੀ ਦੇ ਲਈ 성령을 입고 이 성령 ਸਰੀਰ ਪਾ ਕੇ 우리 자녀들을 ਆਤਮਾ ਅਤੇ ਲਾੜੀ ਦੇ ਰੂਪ ਵਿੱਚ 하나님의 그 모습을 ਆਏ ਹਨ। 볼 때에도 어떤 모습을 ਸਾਨੂੰ ਪਰਮੇਸ਼ਵਰ ਦੇ ਕਿਸੇ ਵੀ ਰੂਪ ਵਿੱਚ ਆਉਣ ਤੇ ਵੀ ਪਰਮੇਸ਼ਵਰ ਨੂੰ ਪਛਾਣਨਾ ਚਾਹੀਦਾ ਹੈ। 되겠고요. ਮੈਂ ਤੁਹਾਡੇ ਤੋਂ ਇੱਕ ਵਾਰ ਸਵਰਗੀ ਪਰਿਵਾਰ ਦੇ ਇਸ ਤਰ੍ਹਾਂ ਦੇ ਮੈਂਬਰ ਬਣਨ ਨੂੰ ਕਹਿੰਦਾ ਹਾਂ 다시 또 따를 수 있는 ਜੋ ਅੰਤ ਤੱਕ ਇਸ ਪ੍ਰਕਾਰ ਦੇ ਵਿਸ਼ਵਾਸ ਨਾਲ ਪਿਤਾ ਅਤੇ ਮਾਤਾ ਜੀ ਦੇ ਰਾਹ ਦਾ ਪਾਲਨ ਕਰਕੇ ਸੰਦੀਪਕ ਸਵਰਗ ਦੇ ਰਾਜ ਤੱਕ ਪਹੁੰਚਣਗੇ। 다시 한번 부탁드립니다. ਸਾਨੂੰ ਪ੍ਰੀਖਿਆ ਨੂੰ ਪਾਰ ਕਰਨ ਦਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਸਾਨੂੰ ਪਰਮੇਸ਼ਵਰ ਤੇ ਭਰੋਸਾ ਰੱਖਣਾ ਚਾਹੀਦਾ ਹੈ। ਸ਼ੈਤਾਨ ਹਮੇਸ਼ਾ ਕੁਝ ਇਸ ਤਰ੍ਹਾਂ ਦੀ ਚੀਜ਼ ਲਿਆ ਕੇ ਸਾਡੇ ਸਾਹਮਣੇ ਆਉਂਦਾ ਹੈ ਜੋ ਆਕਰਸ਼ਿਤ ਲੱਗਦੀ ਹੈ। 어떤 내용을 가지고 접근을 할 수밖에 없습니다. ਸ੍ਰਿਸ਼ਟੀ ਦੇ ਸਮੇਂ ਤੋਂ ਹੀ ਬਾਈਬਲ ਨੇ ਸਾਨੂੰ ਸ਼ੈਤਾਨ ਦੀ ਇਸ ਭੂਮਿਕਾ ਦਾ ਗਿਆਨ ਦਿੱਤਾ 알려주셨고 ਅਤੇ ਇਸ ਨੂੰ ਦਿਖਾਇਆ ਵੀ ਹੈ। 주셨습니다. ਤੁਹਾਨੂੰ ਇੱਕ ਹੋਰ ਵਾਰ ਸਵਰਗ ਜਾਣ ਦੇ ਰਾਹ ਤੇ ਵਿਸ਼ਵਾਸ ਦੇ ਜੰਗਲ ਦੇ ਅੰਤ ਤੱਕ ਇੱਕ ਪਲ ਵੀ 하시고 ਡਗਮਗਾਏ ਬਿਨਾ ਪਿਤਾ ਤੇ ਮਾਤਾ ਜੀ ਦੇ ਨਾਲ ਚੱਲਣ ਨੂੰ ਕਹਿੰਦੇ ਹੋਏ ਮੈਂ ਅੱਜ ਦੇ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। 다시 한번 부탁드리면서 ਤੁਹਾਡਾ ਬਹੁਤ ਬਹੁਤ ਧੰਨਵਾਦ। 감사합니다.